ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਦੇ ਉੱਪਰ। ਕੀ ਕੈਨੇਡਾ ਵਿੱਚ ਉਡਾਨਾਂ ਹੋਈਆਂ ਬੰਦ, ਪਾਇਲਟਾਂ ਨੇ ਦਿੱਤਾ ਹੜਤਾਲ ਦਾ ਨੋਟਿਸ। ਨਸ਼ੇ ਦੇ ਮਾਮਲੇ ਵਿੱਚ ਪੰਜਾਬੀ ਕਾਬੂ, ਪੁਲਿਸ ਨੇ ਕੀਤੀ ਕਾਰਵਾਈ। ਕੈਲਗਰੀ ਦੀ ਹਵਾ ਹੋਈ ਦੂਸ਼ਿਤ, ਲੋਕਾਂ ਨੂੰ ਜਾਰੀ ਹੋਈ ਸਲਾਹ। ਬ੍ਰਿਟਿਸ਼ ਕੋਲੰਬੀਆ ਵਿੱਚ 20,000 ਲੋਕਾਂ ਨੂੰ ਛੱਡਣਾ ਪੈ ਸਕਦਾ ਹੈ ਘਰ, ਸੂਬੇ ਤੋਂ ਜੰਗਲ ਦੀ ਅੱਗ ਬਾਰੇ ਆਈ ਜਾਣਕਾਰੀ। ਪੰਜਾਬੀ ਮੂਲ ਦੇ ਸਿਆਸਤਦਾਨ ਵੱਲੋਂ ਆਪਣੀ ਪਾਰਟੀ ਬਦਲੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ ਲਾਲੀ ਵੱਲੋਂ ਆਪਣੀ ਪਾਰਟੀ ਜੋ ਬਦਲੀ ਗਈ ਹੈ ਉਸ ਬਾਰੇ ਐਲਾਨ ਕੀਤਾ ਗਿਆ। ਉਹਨਾਂ ਨੇ ਪਿਛਲੀ ਪਾਰਟੀ ਕਿਉਂ ਛੱਡੀ, ਇਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਆਈਡੀਪੀ ਦੇ ਸਾਬਕਾ ਕੈਬਨਿਟ ਮੰਤਰੀ ਹੈਰੀ ਲਾਲੀ ਨੇ ਆਪਣੀ ਪਾਰਟੀ ਬਦਲ ਲਈ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਸਾਬਕਾ ਐਨਡੀਪੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹਿ ਚੁੱਕੇ ਹੈਰੀ ਲਾਲੀ ਨੇ ਪਾਰਟੀ ਛੱਡ ਕੇ ਵਿਰੋਧੀ ਪਾਰਟੀ ਬ੍ਰਿਟਿਸ਼ ਕੋਲੰਬੀਆ ਯੂਨਾਈਟਿਡ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਐਨਡੀਪੀ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਧਿਆਨ ਦੇ ਰਹੀ ਹੈ। 1990 ਦੌਰਾਨ ਹੈਰੀ ਲਾਲੀ ਬ੍ਰਿਟਿਸ਼ ਕੋਲੰਬੀਆ ਦੀ ਐਨਡੀਪੀ ਸਰਕਾਰ ਵਿੱਚ ਟਰਾਂਸਪੋਰਟੇਸ਼ਨ ਐਂਡ ਹਾਈਵੇਜ਼ ਮਿਨਿਸਟਰ ਰਹਿ ਚੁੱਕੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਐਨਡੀਪੀ ਹੁਣ ਸ਼ਹਿਰੀ ਹਿੱਤਾਂ ਦੀ ਪਾਰਟੀ ਬਣ ਗਈ ਹੈ ਤੇ ਪੇਂਡੂ ਇਲਾਕਿਆਂ ਦੇ ਮੁੱਦਿਆਂ ਤੇ ਚੁਣੌਤੀਆਂ ਵੱਲ ਬਹੁਤ ਧਿਆਨ ਨਹੀਂ ਦਿੱਤਾ ਜਾ ਰਿਹਾ। ਦੱਸ ਦਈਏ ਕਿ ਹੈਰੀ ਲਾਲੀ ਪਹਿਲੀ ਵਾਰੀ 1991 ਵਿੱਚ ਮੈਰਿਟ ਇਲਾਕੇ ਅੰਦਰ ਪੈਂਦੀ ਜੇ ਲਿਲੂਏਟ ਰਾਈਡਿੰਗ ਤੋਂ MLA ਦੀ ਚੋਣ ਜਿੱਤੇ ਸਨ। ਉਹ ਆਪਣੀ ਸੀਟ ਤੇ ਲਗਾਤਾਰ 4 ਵਾਰ ਚੋਣ ਜਿੱਤੇ, ਪਰ ਸਾਲ 2013 ਵਿੱਚ ਉਹ ਜੈਕੀ ਟਾਰਗੇਟ ਤੋਂ ਹਾਰ ਗਏ। ਜੈਕੀ ਹੁਣ ਫਰੀਜ਼ਰ ਨਿਕੋਲਾ ਰਾਈਡਿੰਗ ਤੋਂ ਬ੍ਰਿਟਿਸ਼ ਕੋਲੰਬੀਆ ਯੂਨਾਈਟਿਡ ਪਾਰਟੀ ਤੋਂ MLA ਹਨ। ਸਾਬਕਾ ਪ੍ਰੀਮੀਅਰ ਜੌਨ ਹੌਰਗਨ ਦੀ ਮਨਾ ਕਰਨ ਦੇ ਬਾਵਜੂਦ 2017 ਵਿੱਚ ਹੈਰੀ ਨੇ ਫਰੀਜ਼ਰ ਨਿਕੋਲਾ ਰਾਈਡਿੰਗ ਤੋਂ ਚੋਣ ਲੜੀ ਸੀ, ਜਿਸ ਵਿੱਚ ਉਹ ਹਾਰ ਗਏ। ਹਾਲ ਹੀ 'ਚ ਬ੍ਰਿਟਿਸ਼ ਕੋਲੰਬੀਆ ਲਿਬਰਲ ਪਾਰਟੀ ਦਾ ਆਧੁਨਿਕਰਨ ਤੌਰ ਤੇ ਨਾਂ ਬਦਲ ਕੇ ਬ੍ਰਿਟਿਸ਼ ਕੋਲੰਬੀਆ ਯੂਨਾਈਟਿਡ ਰੱਖਿਆ ਗਿਆ। ਲੰਘੇ ਵੀਰਵਾਰ ਸੂਬਾਈ ਲੈਜਿਸਲੇਚਰ ਵਿੱਚ ਬ੍ਰਿਟਿਸ਼ ਕੋਲੰਬੀਆ ਯੂਨਾਈਟਿਡ ਪਾਰਟੀ ਦੇ ਲੀਡਰ ਕੈਵਿਨ ਨੇ ਲਾਲੀ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ। ਬਿਆਨ ਮੁਤਾਬਕ ਲਾਲੀ ਬ੍ਰਿਟਿਸ਼ ਕੋਲੰਬੀਆ ਯੂਨਾਈਟਿਡ ਦੇ ਛੋਟੇ ਕਾਰੋਬਾਰਾਂ ਤੇ ਪੇਂਡੂ ਵਿਕਾਸ ਦੀ ਤਰਜੀਹ ਨੂੰ ਪਸੰਦ ਕਰਦੇ ਹਨ ਤੇ ਉਹ ਫਾਲਕਨ ਦੇ ਦੋਸਤ ਤੇ ਸਮਰਥਕ ਹਨ। ਬਿਆਨ ਮੁਤਾਬਕ ਲਾਲੀ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਸਮੁੱਚੇ ਬ੍ਰਿਟਿਸ਼ ਕੋਲੰਬੀਆ ਤੇ ਸਰੋਤ ਨਿਰਭਰ ਪੇਂਡੂ ਇਲਾਕਿਆਂ ਦੇ ਹਿੱਤਾਂ ਵਿੱਚ ਸਭ ਤੋਂ ਵਧੀਆ ਕਾਰਜ ਕੈਬਿਨ ਦੀ ਅਗਵਾਈ ਵਾਲੀ ਬ੍ਰਿਟਿਸ਼ ਕੋਲੰਬੀਆ ਯੂਨਾਈਟਿਡ ਦੀ ਸਰਕਾਰ ਕਰੇਗੀ। ਸਾਲ 2020 ਦੀਆਂ ਆਮ ਚੋਣਾਂ ਵਿੱਚ ਬ੍ਰਿਟਿਸ਼ ਕੋਲੰਬੀਆ ਐਨਡੀਪੀ ਨੂੰ ਸ਼ਹਿਰੀ ਅਤੇ ਤਟਵਰਤੀ ਇਲਾਕਿਆਂ ਦੇ ਵਿੱਚ ਸਮਰਥਨ ਮਿਲਿਆ ਸੀ ਤੇ ਬ੍ਰਿਟਿਸ਼ ਕੋਲੰਬੀਆ ਲਿਬਰਲ ਨੇ ਅੰਦਰੂਨੀ ਇਲਾਕਿਆਂ ਤੇ ਉੱਤਰੀ ਖੇਤਰ ਦੇ ਵਿੱਚ ਸੀਟਾਂ ਜਿੱਤੀਆਂ। ਹਾਲਾਂਕਿ ਦੋਵੇਂ ਪਾਰਟੀਆਂ ਨੂੰ ਸੂਬੇ ਭਰ ਵਿੱਚ ਚੰਗੀਆਂ ਵੋਟਾਂ ਪਈਆਂ ਸਨ ਤੇ ਹੁਣ ਲਾਲੀ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹ ਨਵੀਂ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਕੈਨੇਡਾ ਵਿੱਚ ਇੱਕ ਵਾਰ ਫਿਰ ਤੋਂ ਮਹਿੰਗਾਈ ਵੱਧ ਦਰਜ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਮਹਿੰਗਾਈ ਦਰ ਦੇ ਬਾਰੇ ਅੰਕੜੇ ਜਾਰੀ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਕਈ ਚੀਜ਼ਾਂ ਮਹਿੰਗੀਆਂ ਹੋਈਆਂ ਨੇ। ਮਹਿੰਗਾਈ ਦੇ ਵਿੱਚ ਪਹਿਲਾਂ ਜੋ ਗਿਰਾਵਟ ਦੇਖਣ ਨੂੰ ਮਿਲੀ ਸੀ, ਇਸ ਅੰਦਰ ਇੱਕ ਵਾਰ ਫਿਰ ਤੋਂ ਉਛਾਲ ਆਇਆ। ਕੈਨੇਡਾ ਤੋਂ ਮਹਿੰਗਾਈ ਦਰ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਅਪ੍ਰੈਲ ਮਹੀਨੇ ਮਹਿੰਗਾਈ ਦਰ ਵੱਧ ਦਰਜ ਕੀਤੀ ਗਈ, ਜੋ ਕਿ 4.4% ਤੇ ਵਾਪਸ ਪਹੁੰਚ ਗਈ ਹੈ। ਕੈਨੇਡਾ ਦੀ ਮਹਿੰਗਾਈ ਦਰ ਹੇਠਾਂ ਆਉਂਦੀ ਅਪ੍ਰੈਲ ਦੌਰਾਨ ਫਿਰ ਤੋਂ ਉੱਪਰ ਵੱਲ ਦਰਜ ਕੀਤੀ ਗਈ। ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਮੁਤਾਬਕ ਸਾਲਾਨਾ ਮਹਿੰਗਾਈ ਦਰ ਵੱਧ ਕੇ 4.4% ਹੋ ਗਈ। ਮਾਰਚ ਮਹੀਨੇ ਦੌਰਾਨ ਮਹਿੰਗਾਈ ਦਰ 4.3% ਸੀ ਅਤੇ ਅਰਥਸ਼ਾਸਤਰੀਆਂ ਨੇ ਅਪ੍ਰੈਲ ਦੌਰਾਨ ਮਹਿੰਗਾਈ ਦਰ 4.1% ਦੇ ਆਸ-ਪਾਸ ਹੋਣ ਦੀ ਪੇਸ਼ਨਗੋਈ ਕੀਤੀ। ਪਰ ਅਪ੍ਰੈਲ ਵਿੱਚ ਗੈਸ, ਮਾਰਗੇਜ ਅਤੇ ਕਿਰਾਇਆਂ ਦੀ ਲਾਗਤ ਵਧਣ ਕਰਕੇ ਮਹਿੰਗਾਈ ਦਰ ਵਿੱਚ ਵਾਧਾ ਦਰਜ ਕੀਤਾ ਗਿਆ। ਜੂਨ 2022 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮਹਿੰਗਾਈ ਦਰ ਦੇ ਵਿੱਚ ਵਾਧਾ ਹੋਇਆ। ਜੂਨ 2022 ਦੇ ਵਿੱਚ ਮਹਿੰਗਾਈ ਦਰ ਰਿਕਾਰਡ 8.1% ਤੇ ਪਹੁੰਚ ਗਈ ਸੀ। ਗ੍ਰੋਸਰੀ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੀ ਤੁਲਨਾ ਦੇ ਵਿੱਚ 9.1% ਵਧੇਰੇ ਸਨ, ਪਰ ਮਾਰਚ ਮਹੀਨੇ ਦੌਰਾਨ ਇੱਕ ਸਾਲ ਦੀ ਤੁਲਨਾ ਵਿੱਚ 9.7% ਵਾਧਾ ਹੋਇਆ। ਅਪ੍ਰੈਲ ਮਹੀਨੇ ਦੌਰਾਨ ਤਾਜ਼ੀਆਂ ਸਬਜ਼ੀਆਂ ਦੀਆਂ ਕੀਮਤਾਂ ਸਾਲ ਦਰ ਸਾਲ ਦੇ ਆਧਾਰ ਤੇ 8.8% ਵਧੀਆਂ, ਜਦਕਿ ਮਾਰਚ ਵਿੱਚ ਇਹ ਵਾਧਾ 10.8% ਦਾ ਸੀ। ਅਪ੍ਰੈਲ ਦੌਰਾਨ ਗੈਸੋਲੀਨ ਦੀਆਂ ਕੀਮਤਾਂ ਦੇ ਵਿੱਚ ਮਾਰਚ ਦੇ ਮੁਕਾਬਲੇ 6.3% ਵਾਧਾ ਹੋਇਆ, ਜੋ ਕਿ ਅਕਤੂਬਰ 2022 ਤੋਂ ਬਾਅਦ ਦਾ ਸਭ ਤੋਂ ਵੱਡਾ ਮਹੀਨਾਵਾਰ ਵਾਧਾ ਹੈ। ਉੱਚੀਆਂ ਵਿਆਜ ਦਰਾਂ ਕਰਕੇ ਮਾਰਗੇਜ ਦੀ ਲਾਗਤ ਪਿਛਲੇ ਸਾਲ ਦੇ ਮੁਕਾਬਲੇ ਅਪ੍ਰੈਲ ਦੌਰਾਨ 28.5% ਵੱਧ ਦਰਜ ਕੀਤੀ ਗਈ ਹੈ। ਕੈਨੇਡਾ ਦੀਆਂ ਉਡਾਨਾਂ ਬੰਦ ਹੋ ਸਕਦੀਆਂ ਨੇ। ਇਹਨਾਂ ਉਡਾਨਾਂ ਦੇ ਉੱਪਰ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਪਾਇਲਟਾਂ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ। ਵੈਸਟ ਜੈਟ ਦੇ ਪਾਇਲਟਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹਨਾਂ ਵੱਲੋਂ ਸ਼ੁੱਕਰਵਾਰ ਤੋਂ ਹੜਤਾਲ ਕੀਤੀ ਜਾਵੇਗੀ। ਉਹਨਾਂ ਵੱਲੋਂ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ।
ਉਡਾਨਾਂ ਦੇ ਬਾਰੇ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਉਡਾਨਾਂ ਹੁਣ ਬੰਦ ਵੀ ਹੋ ਸਕਦੀਆਂ ਨੇ। ਦਰਅਸਲ ਪਾਇਲਟਾਂ ਵੱਲੋਂ ਹੜਤਾਲ ਦਾ ਨੋਟਿਸ ਦਿੱਤਾ ਗਿਆ। ਵੈਸਟ ਜੈਟ ਦੇ ਪਾਇਲਟਾਂ ਨੇ 72 ਘੰਟੇ ਦੇ ਵਿੱਚ ਹੜਤਾਲ ਦਾ ਨੋਟਿਸ ਜਾਰੀ ਕੀਤਾ ਹੈ। ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਕੰਪਨੀ ਅਤੇ ਸਰਕਾਰ ਨੂੰ ਸੋਮਵਾਰ ਰਾਤ ਨੂੰ 72 ਘੰਟੇ ਵਿੱਚ ਹੜਤਾਲ ਦਾ ਨੋਟਿਸ ਜਾਰੀ ਕੀਤਾ, ਜਿਸ ਦਾ ਮਤਲਬ ਹੈ ਕਿ ਮਈ ਦੇ ਲੌਂਗ ਵੀਕਐਂਡ ਤੋਂ ਪਹਿਲਾਂ ਪਾਇਲਟ ਹੜਤਾਲ ਤੇ ਜਾ ਸਕਦੇ ਨੇ। ਵੈਸਟ ਜੈਟ ਗਰੁੱਪ ਵੱਲੋਂ ਵੀ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ। ਏਅਰਲਾਈਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਉਡਾਨਾਂ ਦੇ ਸੰਬੰਧ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਜਿਹੜੇ ਯਾਤਰੀ ਆਪਣੀ ਟਰੈਵਲ ਯੋਜਨਾ ਬਦਲਣਾ ਜਾਂ ਫਿਰ ਰੱਦ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਆਪਸ਼ਨ ਦਿੱਤੇ ਜਾਣਗੇ। ਵੈਸਟ ਜੈਟ ਨੇ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਦੇ ਪੈਸੇ ਮੋੜੇ ਜਾਣਗੇ ਜਾਂ ਉਹਨਾਂ ਨੂੰ ਬਦਲ ਦੇ ਤਰੀਕੇ ਵੀ ਦਿੱਤੇ ਜਾਣਗੇ। ਇਸ ਸਭ ਤੋਂ ਬਾਅਦ ਵੈਸਟ ਜੈਟ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ 3 ਵਜੇ ਤੋਂ ਕੰਮਕਾਜ ਵਿੱਚ ਰੁਕਾਵਟ ਸ਼ੁਰੂ ਹੋ ਸਕਦੀ ਹੈ। ਇੱਕ ਰਿਲੀਜ਼ ਦੇ ਵਿੱਚ ਵੈਸਟ ਜੈਟ ਦਾ ਕਹਿਣਾ ਹੈ ਕਿ ਲੁੱਕਆਊਟ ਨੋਟਿਸ ਜਾਰੀ ਕਰਨ ਦਾ ਮਤਲਬ ਇਹ ਨਹੀਂ ਕਿ ਕੰਮਕਾਜ ਨੂੰ ਰੋਕਿਆ ਜਾਵੇਗਾ। ਕੰਪਨੀ ਦੇ CEO ਨੇ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਯਕੀਨੀ ਬਣਾਈਏ ਕਿ ਸਾਡੇ ਕੋਲ ਨੈਟਵਰਕ ਦੀ ਸੁਰੱਖਿਆ ਅਤੇ ਉਸ ਤੇ ਹਰ ਸਮੇਂ ਸੰਪੂਰਨ ਨਿਯੰਤਰਣ ਹੋਵੇ, ਤਾਂ ਜੋ ਸਾਡੇ ਯਾਤਰੀ, ਸਾਡੇ ਕਰੂ ਤੇ ਸਾਡੇ ਜਹਾਜ਼ ਦੇ ਅਟਕ ਜਾਣ ਦਾ ਜ਼ੋਖਮ ਘਟਾਇਆ ਜਾ ਸਕੇ। ਯੂਨੀਅਨ ਨਾਲ ਜੁੜੇ ਵੈਸਟ ਜੈਟ ਦੇ ਕਰੀਬ 1850 ਪਾਇਲਟ ਹੜਤਾਲ ਦੀ ਤਿਆਰੀ ਵਿੱਚ ਨੇ। ਯੂਨੀਅਨ ਮੁਤਾਬਕ ਬਿਹਤਰ ਤਨਖਾਹ, ਨੌਕਰੀ ਦੀ ਸੁਰੱਖਿਆ ਅਤੇ ਹੋਰ ਵੀ ਕੁਝ ਮੁੱਖ ਮੁੱਦੇ ਨੇ। ਅਲਫਾ ਦੀ ਵੈਸਟ ਜੈਟ ਇਕਾਈ ਦੇ ਚੇਅਰ ਨੇ ਕਿਹਾ ਕਿ 9 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਪ੍ਰਬੰਧਨ ਅਜੇ ਵੀ ਅੱਜ ਦੀ ਲੇਬਰ ਮਾਰਕੀਟ ਦੀਆਂ ਸਥਿਤੀਆਂ ਨੂੰ ਸਮਝਣ ਵਿੱਚ ਅਸਫਲ ਨੇ, ਜਿਸ ਕਰਕੇ ਸਾਡੇ ਪਾਇਲਟ ਕੰਮ ਦੇ ਬਿਹਤਰ ਮੌਕਿਆਂ ਦੀ ਭਾਲ ਵਿੱਚ ਵੱਡੇ ਪੱਧਰ ਤੇ ਕੂਚ ਕਰ ਰਹੇ ਨੇ। ਹੋਰ ਵੀ ਜਾਣਗੇ ਜੇ ਇਸ ਸਮਝੌਤੇ ਵਿੱਚ ਪਾਇਲਟਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਈਆਂ। ਸਤੰਬਰ ਵਿੱਚ ਵੈਸਟ ਜੈਟ ਅਤੇ ਪਾਇਲਟਾਂ ਦੀ ਯੂਨੀਅਨ ਦਰਮਿਆਨ ਗੱਲਬਾਤ ਸ਼ੁਰੂ ਹੋਈ ਸੀ। ਪਿਛਲੇ ਮਹੀਨੇ ਪਾਇਲਟਾਂ ਨੇ ਹੜਤਾਲ ਦੇ ਪੱਖ ਵਿੱਚ ਵੋਟ ਪਾਈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਸੰਬੰਧੀ ਕੀ ਫੈਸਲਾ ਲੈਂਦੀ ਹੈ। ਓਨਟਾਰੀਓ ਤੋਂ ਇੱਕ ਖਾਸ ਜਾਣਕਾਰੀ ਸਾਹਮਣੇ, ਜਿੱਥੇ ਇਨੋਵੇਸ਼ਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ। ਕੰਪਨੀ ਵੱਲੋਂ ਜੋ ਆਪਣਾ ਕੰਮ ਵਿੱਚ ਵਿਚਾਲੇ ਛੱਡਿਆ ਗਿਆ, ਇਸ ਨੂੰ ਲੈ ਕੇ ਇਨੋਵੇਸ਼ਨ ਮੰਤਰੀ ਗੱਲ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਓਨਟਾਰੀਓ ਸੂਬੇ ਨੂੰ ਅਜਿਹਾ ਕੀ ਕਰਨਾ ਚਾਹੀਦਾ ਹੈ ਤਾਂ ਕਿ ਕੰਮ ਮੁੜ ਤੋਂ ਸ਼ੁਰੂ ਹੋ ਜਾਵੇ। ਇਨੋਵੇਸ਼ਨ ਮੰਤਰੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਸਟੈਲਿਸਟਿਕ ਨਾਲ ਅੜਿੱਕਾ ਦੂਰ ਕਰਨ ਲਈ ਓਨਟਾਰੀਓ ਨੂੰ ਉਚਿਤ ਹਿੱਸਾ ਦੇਣ ਦੀ ਜ਼ਰੂਰਤ ਹੈ। ਇਸ ਹਫ਼ਤੇ ਸਟੈਲੈਂਟਿਸ ਨੇ ਓਨਟਾਰੀਓ ਦੇ ਵਿੰਡਸਰ ਵਿੱਚ ਆਪਣੀ ਇਲੈਕਟ੍ਰਿਕ ਵਾਹਨ ਬੈਟਰੀ ਪਲਾਂਟ ਦੇ ਨਿਰਮਾਣ ਦਾ ਕੰਮ ਰੋਕ ਦਿੱਤਾ। ਇਸ ਤੋਂ ਬਾਅਦ ਫੈਡਰਲ ਇਨੋਵੇਸ਼ਨ ਮਿਨਿਸਟਰ ਨੇ ਕਿਹਾ ਕਿ ਡਗਫੋਰਡ ਦੀ ਸਰਕਾਰ ਨੂੰ ਇਸ ਰੁਕਾਵਟ ਨੂੰ ਦੂਰ ਕਰਨ ਲਈ ਸਬਸਿਡੀਆਂ ਦਾ ਉਚਿਤ ਹਿੱਸਾ ਅਦਾ ਕਰਨਾ ਜ਼ਰੂਰੀ ਹੈ। ਦੱਸਿਏ ਕਿ ਕੰਪਨੀ ਨੇ ਇਹ ਕਹਿੰਦਿਆਂ ਪਲਾਂਟ ਦੇ ਇੱਕ ਹਿੱਸੇ ਵਿੱਚ ਉਸਾਰੀ ਦਾ ਕੰਮ ਰੋਕ ਦਿੱਤਾ ਕਿ ਫੈਡਰਲ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਹੋਇਆ ਤੇ ਜੇਕਰ ਸਰਕਾਰ ਆਪਣੀ ਵਚਨਬੱਧਤਾ ਨੂੰ ਪੂਰਾ ਨਹੀਂ ਕਰਦੀ ਤਾਂ ਕੰਪਨੀ ਆਪਣੀਆਂ ਸੰਕਟਕਾਲੀਨ ਯੋਜਨਾਵਾਂ ਵੱਲ ਵਧੇਗੀ। ਮੰਗਲਵਾਰ ਨੂੰ ਦੱਖਣੀ ਕੋਰੀਆ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੈਪਿਨ ਨੇ ਕਿਹਾ ਕਿ ਓਨਟਾਰੀਓ ਵਿੱਚ ਸਾਡੀਆਂ ਸਹਿਯੋਗੀਆਂ ਨੂੰ ਸੁਨੇਹਾ ਹੈ ਕਿ ਆਪਣਾ ਉਚਿਤ ਹਿੱਸਾ ਅਦਾ ਕਰੋ ਅਤੇ ਅਸੀਂ ਇਸ ਰੁਕਾਵਟ ਨੂੰ ਜੇ ਤੁਸੀਂ ਚਾਹੋ ਇੱਕ ਨਤੀਜੇ ਤੇ ਲਿਆਵਾਂਗੇ। ਸ਼ੈਪਿਨ ਵਿਦੇਸ਼ ਮੰਤਰੀ ਜੋਲੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਦੱਖਣੀ ਕੋਰੀਆ ਵਿੱਚ ਹਨ, ਜਿਸ ਤੋਂ ਬਾਅਦ ਉਹ 19 ਅਤੇ 20 ਮਈ ਨੂੰ ਜਾਪਾਨ ਵਿੱਚ ਆਯੋਜਿਤ G7 ਦੇਸ਼ਾਂ ਦੀ ਬੈਠਕ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਉਹ ਕੋਰੀਆਈ ਭਾਈਵਾਲਾਂ ਨੂੰ ਭਰੋਸਾ ਦਿਵਾਉਣ ਲਈ ਉੱਥੇ ਹਨ ਕਿ ਲਿਬਰਲ ਸਰਕਾਰ ਆਸ਼ਾਵਾਦੀ ਹੈ ਕਿ ਨਿਵੇਸ਼ ਅੱਗੇ ਵਧੇਗਾ, ਪਰ ਓਨਟਾਰੀਓ ਨੂੰ ਅਜਿਹਾ ਕਰਨ ਲਈ ਨਕਦੀ ਜੁਟਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਭਰੋਸਾ ਹੈ ਕਿ ਅਸੀਂ LG ਅਤੇ ਸਟੈਲੈਂਟਿਸ ਨਾਲ ਇੱਕ ਸਮਝੌਤੇ ਤੇ ਆਵਾਂਗੇ। ਮੈਨੂੰ ਲੱਗਦਾ ਹੈ ਕਿ ਕੈਨੇਡੀਅਨਸ ਚਾਹੁੰਦੇ ਨੇ ਕਿ ਅਸੀਂ ਆਟੋ ਵਰਕਰਾਂ, ਆਟੋ ਉਦਯੋਗ ਅਤੇ ਆਮ ਕੈਨੇਡੀਅਨਸ ਵਾਸਤੇ ਇੱਕ ਚੰਗੀ ਡੀਲ ਤੱਕ ਕਰੀਏ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੁਆਰਾ ਆਯੋਜਿਤ ਸਟੇਟ ਡਿਨਰ ਤੇ LG ਦੇ ਮੁਖੀ ਨਾਲ ਗੱਲਬਾਤ ਹੋਣ ਦੀ ਉਮੀਦ ਹੈ ਅਤੇ ਉਹਨਾਂ ਕਿਹਾ ਕਿ ਗੱਲਬਾਤ ਅਜੇ ਵੀ ਜਾਰੀ ਹੈ। ਦੱਸਣਯੋਗ ਹੈ ਕਿ ਕੈਨੇਡਾ ਦੀਆਂ ਉਤਪਾਦਨ ਸਬਸਿਡੀਆਂ ਉਦੋਂ ਤੱਕ ਲਾਗੂ ਰਹਿਣਗੀਆਂ ਜਦੋਂ ਤੱਕ ਅਮਰੀਕਾ ਦਾ ਇਨੋਵੇਸ਼ਨ ਰਿਡਕਸ਼ਨ ਐਕਟ ਲਾਗੂ ਰਹੇਗਾ। ਉਤਪਾਦਨ ਸਬਸਿਡੀਆਂ ਕੰਪਨੀ ਦੁਆਰਾ $7 ਬਿਲੀਅਨ ਦਾ ਪਲਾਂਟ ਬਣਾਉਣ ਅਤੇ ਉਦਯੋਗ ਕਰਨ ਤੋਂ ਬਾਅਦ ਲਾਗੂ ਹੋਣਗੀਆਂ। Listen, first of all, I'm very confident that we will come to an agreement with LG and Stellantis. I am also fighting for Canadians because I think that Canadians want us to reach a good deal for the auto workers, for the auto industry, and for Canadians in general. What we are at a crossroad now is that we need our friends and partners in Ontario to pay their fair share, as they have always done in every transaction we have done.
And that's what we're facing today. But we are here also to reassure our Korean friends that we are very confident that obviously this investment will go forward. It's a good investment for Canada. It's a good investment for the auto sector and the industry. And that's why we're working on that. It's normal negotiations, but I would say now what we need, and the message to our colleagues in Ontario is, pay your fair share, and we will bring this stalemate, if you want, to a conclusion. ਬੇਲ ਰਿਫਾਰਮ ਬਿੱਲ ਨੂੰ ਲੈ ਕੇ ਚਰਚਾ ਹੋਈ ਹੈ। ਟਰੂਡੋ ਦੇ ਮੰਤਰੀ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਪੱਤਰਕਾਰਾਂ ਦੇ ਸਵਾਲਾਂ ਦਾ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ। ਨਿਊਜ਼ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਸ ਬਿੱਲ ਦਾ ਜ਼ਿਕਰ ਕੀਤਾ। ਫੈਡਰਲ ਮੰਤਰੀ ਦਾ ਬਿੱਲ ਨੂੰ ਲੈ ਕੇ ਖਾਸ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਵੱਲੋਂ ਸਰਕਾਰ ਦੇ ਬੇਲ ਰਿਫਾਰਮ ਬਿੱਲ ਦਾ ਜ਼ਿਕਰ ਕੀਤਾ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਵੱਲੋਂ ਇਸ ਬਾਰੇ ਆਪਣਾ ਪੱਖ ਰੱਖਿਆ ਗਿਆ। ਕੁਝ ਹੋਰ ਮੰਤਰੀ ਵੀ ਉਹਨਾਂ ਨਾਲ ਮੌਜੂਦ ਰਹੇ। Ça veut dire une réforme de la loi, mais pas seulement. Ce qui explique le fait de nombreuses personnes qui m'entourent en ce moment. Je vais commencer par la réforme judiciaire. Plus tôt ce matin, j'ai présenté le projet de loi C-48. C-48 fait des changements précis dans les articles sur la mise en liberté sous caution du Code criminel qui visent les récidivistes violents. Nous voulons aussi endiguer la violence armée et améliorer la réponse du système de justice pour les personnes victimes de violences entre partenaires intimes. This bill responds directly to concerns raised by the premiers as well as police, mayors, and victims' advocates. It flows from the work that we have been doing together with the provinces and territories for several months now, highlighted by our most recent meeting in March, where I committed to bring legislation forward to reform the bail system. We also had the benefit of work that was done by the Justice Committee, and both Chair Sarai and Parliamentary Secretary Ananda Sangri were part of that. The work has been refreshingly nonpartisan, with officials and politicians focused on solutions to improve public safety. That's exactly what you would expect of us. So what's in C-48? This legislation amends the criminal code to do several things. First, it creates a new reverse onus targeting repeat violent offenders involving weapons. Weapons including firearms, including knives, and including bear spray. Second, it adds specific firearms offenses to an existing reverse onus provision, and these are often offenses linked to organized crime. Third, it strengthens the existing reverse onus regime addressing intimate partner violence, which we first introduced in former Bill C-75. ਟਰੱਕਾਂ ਦੇ ਨਾਲ ਜੁੜੀ ਹੋਈ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਟਰੱਕਿੰਗ ਦੇ ਬਾਰੇ ਗੱਲ ਕੀਤੀ ਗਈ ਹੈ। ਨਿਊਜ਼ ਕਾਨਫਰੰਸ ਦੇ ਵਿੱਚ ਇਸ ਨੂੰ ਲੈ ਕੇ ਅਧਿਕਾਰੀਆਂ ਨੇ ਕੀ ਕੁਝ ਕਿਹਾ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਟਰੱਕਿੰਗ ਸੈਕਟਰ ਦੇ ਬਾਰੇ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਟੀਮਸਟਰਸ ਕੈਨੇਡਾ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਕੁਝ ਟਰੱਕਿੰਗ ਐਸੋਸੀਏਸ਼ਨਸ ਦਾ ਜ਼ਿਕਰ ਕੀਤਾ ਗਿਆ। ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Here in this room this afternoon, you have, as Mariam mentioned, the major stakeholders in the trucking industry. And we have a very good representation. Almost all the trucking companies are part of the Canadian Trucking Alliance, and in the labor movement, the Teamsters Union is the most predominant organization in the trucking industry. So my intervention will be in both language, French and English. We are here today to denounce a situation that is critical, and that is very, very detrimental for the industry. This is a situation that is detrimental for the truck drivers, for the carrier, and I will let my friends from the Canadian Trucking Alliance to talk more about what is at stake for the industry. We've worked hard over decades to build a strong and reliable trucking industry. We are part of the supply chain. We negotiate good contracts. And the Trucking Alliance, their members are also legitimate carrier who are working out. But now we have reached a point where competition is unfair. On a atteint un point dans notre histoire où la compétition est complètement inégale. Le problème des Driver Inc. s'échelonne à travers le pays.
c'est un problème qui prive les chauffeurs qui sont sous le régime du Driver Inc. de l'ensemble des protections que peut procurer le Code du travail, et c'est une situation qu'on dénonce. Alors, nous demandons le plus rapidement possible l'intervention des différents départements du gouvernement canadien, que ce soit Transport Canada, Revenu Canada et le département du travail, du ministère du Travail. ਨਸ਼ੇ ਦੇ ਮਾਮਲੇ ਵਿੱਚ ਬਾਰਡਰ ਅਧਿਕਾਰੀਆਂ ਨੇ ਕਾਰਵਾਈ ਕੀਤੀ ਹੈ, ਜਿੱਥੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਡਰਾਈਵਰ ਪੰਜਾਬੀ ਮੂਲ ਦਾ ਹੈ, ਜਿਸ ਦਾ ਨਾਮ ਵੀ ਜਨਤਕ ਕੀਤਾ ਗਿਆ। ਅਧਿਕਾਰੀਆਂ ਵੱਲੋਂ ਵੱਡੀ ਮਾਤਰਾ ਦੇ ਵਿੱਚ ਇਸ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ ਹੈ। ਟਰੱਕ ਡਰਾਈਵਰ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ, ਉਸ ਤਹਿਤ ਉਹਨਾਂ ਨੇ ਹੁਣ ਤੱਕ ਦੀ ਅਪਡੇਟ ਜਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਖਿਲਾਫ ਜਿਸ ਵਿਅਕਤੀ ਖਿਲਾਫ ਕਾਰਵਾਈ ਕੀਤੀ ਗਈ, ਉਹ ਟਰੱਕ ਡਰਾਈਵਰ ਪੰਜਾਬੀ ਮੂਲ ਦਾ ਹੈ। ਅਮਰੀਕਾ ਕੈਨੇਡਾ ਬਾਰਡਰ ਤੇ 60 ਕਿਲੋ ਕੋਕੇਨ ਬਰਾਮਦ ਕੀਤੀ ਗਈ ਹੈ। ਨਸ਼ੇ ਦੇ ਇਸ ਮਾਮਲੇ ਦੇ ਵਿੱਚ ਟਰੱਕ ਡਰਾਈਵਰ ਨੂੰ ਚਾਰਜ ਕੀਤਾ ਗਿਆ। ਅਧਿਕਾਰੀਆਂ ਵੱਲੋਂ ਇਸ ਬਾਰੇ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਇੱਕ ਕਮਰਸ਼ੀਅਲ ਟਰੱਕ ਦੇ ਕੈਬਿਨ 'ਚੋਂ 60 ਕਿਲੋ ਸ਼ੱਕੀ ਕੋਕੇਨ ਬਰਾਮਦ ਕੀਤੀ ਗਈ ਹੈ। ਕੈਨੇਡੀਅਨ ਬਾਰਡਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਮਾਮਲਾ 17 ਅਪ੍ਰੈਲ ਨੂੰ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ RCMP ਵੱਲੋਂ ਪੈਰਿਸ ਓਨਟਾਰੀਓ ਦੇ ਨਾਲ ਸੰਬੰਧਿਤ ਟਰੱਕ ਡਰਾਈਵਰ ਨੂੰ ਚਾਰਜ ਕੀਤਾ ਗਿਆ। ਇਸ ਟਰੱਕ ਡਰਾਈਵਰ ਦਾ ਨਾਮ ਜਸਵੀਰ ਸਿੰਘ ਦੱਸਿਆ ਗਿਆ ਹੈ। RCMP ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਪਰ ਉਹਨਾਂ ਨੇ ਅਜੇ ਕੋਈ ਬਹੁਤੀ ਹੋਰ ਅਪਡੇਟ ਇਸ ਬਾਰੇ ਨਹੀਂ ਦੱਸੀ। ਇਸ ਤੋਂ ਇਲਾਵਾ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜਸਵੀਰ ਸਿੰਘ ਦੇ ਉੱਪਰ 2 ਚਾਰਜਸ ਲਗਾਏ ਗਏ ਨੇ, ਜਿਸ ਦੀ ਜਲਦ ਹੀ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਜੰਗਲ ਦੀ ਅੱਗ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ 20,000 ਦੇ ਕਰੀਬ ਲੋਕਾਂ ਨੂੰ ਆਪਣਾ ਘਰ ਛੱਡਣਾ ਪੈ ਸਕਦਾ ਹੈ। ਇਸ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਕੁਝ ਖੇਤਰਾਂ ਦੇ ਵਿੱਚ ਜੰਗਲ ਦੀ ਅੱਗ ਦਾ ਜੋ ਅਸਰ ਦੇਖਣ ਨੂੰ ਮਿਲਿਆ, ਉਸ ਬਾਰੇ ਅਧਿਕਾਰੀਆਂ ਨੇ ਗੱਲ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਜੰਗਲ ਦੀ ਅੱਗ ਦੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਫੋਰਟ ਸਟਰੀਟ ਜੌਨ ਦੇ ਨੇੜੇ ਵਾਈਲਡ ਫਾਇਰ ਦੇ ਬਾਰੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ। ਅਜਿਹੇ ਦੇ ਵਿੱਚ 20,000 ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦੇ ਵਾਸਤੇ ਇਵੈਕੂਏਸ਼ਨ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 20,000 ਦੇ ਕਰੀਬ ਲੋਕਾਂ ਨੂੰ ਹੁਣ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਘਰ ਛੱਡਣਾ ਪੈ ਸਕਦਾ ਹੈ। ਖੇਤਰ ਦੇ ਵਿੱਚ ਵਾਈਲਡ ਫਾਇਰ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਅਜਿਹਾ ਫੈਸਲਾ ਅਧਿਕਾਰੀਆਂ ਵੱਲੋਂ ਲਿਆ ਗਿਆ। ਇਸ ਅਲਰਟ ਦੇ ਮੁਤਾਬਕ 20,000 ਦੇ ਕਰੀਬ ਲੋਕਾਂ ਨੂੰ ਤਿਆਰੀ ਰੱਖਣ ਦੀ ਜ਼ਰੂਰਤ ਹੈ, ਪਰ ਫਿਲਹਾਲ ਉਹਨਾਂ ਨੂੰ ਘਰ ਛੱਡਣ ਵਾਸਤੇ ਨਹੀਂ ਕਿਹਾ ਗਿਆ। ਇਹ ਅਲਰਟ 2:30 ਦੇ ਕਰੀਬ ਜਾਰੀ ਕੀਤਾ ਗਿਆ, ਜਿਸ ਦੇ ਨਾਲ 180 ਸਕੁਆਇਰ ਕਿਲੋਮੀਟਰ ਦਾ ਹਿੱਸਾ ਪ੍ਰਭਾਵਿਤ ਹੋਵੇਗਾ। ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹਾਈਵੇ 97 ਨੂੰ ਵੀ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਇਸ ਤੋਂ ਇਲਾਵਾ ਦੱਸ ਦਈਏ ਕਿ ਅਲਬਰਟਾ ਸੂਬੇ ਦੇ ਵਿੱਚ ਵੀ ਜੰਗਲ ਦੀ ਅੱਗ ਦੀ ਸਥਿਤੀ ਲਗਾਤਾਰ ਅਧਿਕਾਰੀਆਂ ਵੱਲੋਂ ਦੱਸੀ ਜਾ ਰਹੀ ਹੈ। ਕਈ ਥਾਵਾਂ ਦੇ ਉੱਪਰ ਜੰਗਲ ਦੀ ਅੱਗ ਦੇ ਉੱਪਰ ਅਜੇ ਤੱਕ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਸੂਬੇ ਵੱਲੋਂ ਫੈਡਰਲ ਸਰਕਾਰ ਤੋਂ ਜੋ ਮਦਦ ਮੰਗੀ ਗਈ ਸੀ, ਉਸ ਨੂੰ ਪੂਰੀ ਕਰਦਿਆਂ ਸੂਬੇ ਦੇ ਵਿੱਚ ਫੌਜੀਆਂ ਨੂੰ ਭੇਜਿਆ ਗਿਆ ਤਾਂ ਕਿ ਅੱਗ ਬੁਝਾਉਣ ਦੇ ਵਿੱਚ ਮਦਦ ਕੀਤੀ ਜਾ ਸਕੇ। ਕੈਲਗਰੀ ਦੇ ਵਿੱਚ ਹਵਾ ਦੂਸ਼ਿਤ ਹੋ ਗਈ ਹੈ। 에ਅਰ ਕੁਆਲਿਟੀ ਸੰਬੰਧੀ ਅਲਰਟ ਵੀ ਜਾਰੀ ਕੀਤਾ ਗਿਆ। ਅਲਬਰਟਾ ਦੇ ਵਿੱਚ ਇਸ ਸਮੇਂ ਜੋ ਜੰਗਲ ਦੀ ਅੱਗ ਲੱਗੀ ਹੋਈ ਹੈ, ਉਸ ਦਾ ਅਸਰ ਕੈਲਗਰੀ ਦੇ ਵਿੱਚ ਦੇਖਣ ਨੂੰ ਮਿਲਿਆ, ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵੀ ਕਾਫੀ ਵਾਇਰਲ ਹੋ ਰਹੀਆਂ ਨੇ। ਕੈਲਗਰੀ ਵਾਸਤੇ 에ਅਰ ਕੁਆਲਿਟੀ ਅਲਰਟ ਜਾਰੀ ਕੀਤਾ ਗਿਆ, ਜਿਸ ਨੂੰ ਹੁਣ ਅੱਗੇ ਵਧਾ ਦਿੱਤਾ ਗਿਆ ਹੈ। ਕੈਲਗਰੀ ਦੇ ਵਿੱਚ ਹਰ ਪਾਸੇ ਧੂਆਂ ਦਿਖਾਈ ਦੇ ਰਿਹਾ ਹੈ। ਇਸ ਦਾ ਕਾਰਨ ਹੈ ਜੋ ਐਲਬਰਟਾ ਦੇ ਵਿੱਚ ਜੰਗਲ ਦੀ ਅੱਗ ਲੱਗੀ ਹੋਈ ਹੈ। ਅਜਿਹੇ ਦੇ ਵਿੱਚ ਕੈਲਗਰੀ ਅੰਦਰ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਮੌਜੂਦਾ ਸਮੇਂ ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਸਪੈਸ਼ਲ 에ਅਰ ਕੁਆਲਿਟੀ ਸਟੇਟਮੈਂਟ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਕੈਲਗਰੀ ਵਾਸੀਆਂ ਨੂੰ ਹੁਣ ਅਜਿਹੇ ਮੌਸਮ ਦੇ ਵਿੱਚ ਕੁਝ ਸਮੇਂ ਲਈ ਰਹਿਣਾ ਪਵੇਗਾ, ਜਿੱਥੇ ਹਰ ਪਾਸੇ ਉਹਨਾਂ ਨੂੰ ਧੂਆਂ ਦਿਖਾਈ ਦੇਵੇਗਾ। ਏਜੰਸੀ ਦਾ ਕਹਿਣਾ ਹੈ ਕਿ 에ਅਰ ਕੁਆਲਿਟੀ ਇੰਡੈਕਸ ਦੇ ਉੱਪਰ ਇਸ ਦੀ ਜਾਣਕਾਰੀ ਬਹੁਤ ਜ਼ਿਆਦਾ ਖਤਰੇ ਵਾਲੀ ਹੈ। ਜਿਨ੍ਹਾਂ ਨੂੰ ਕੁਝ ਗੰਭੀਰ ਬਿਮਾਰੀਆਂ ਨੇ, ਉਹਨਾਂ ਨੂੰ ਖਾਸ ਤੌਰ ਤੇ ਉੱਪਰ ਖਿਆਲ ਰੱਖਣ ਵਾਸਤੇ ਸਲਾਹ ਦਿੱਤੀ ਗਈ ਹੈ, ਕਿਉਂਕਿ ਸਾਹ ਵਾਲੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਵਾਲਿਆਂ ਨੂੰ ਸਾਹ ਲੈਣ ਦੇ ਵਿੱਚ ਵੀ ਅਜਿਹੇ ਹਾਲਾਤਾਂ ਦੇ ਵਿੱਚ ਸਾਹ ਲੈਣ ਲਈ ਤਕਲੀਫ ਹੋ ਸਕਦੀ ਹੈ। ਖਾਸ ਕਰ ਜਿਨ੍ਹਾਂ ਨੂੰ ਫੇਫੜੇ ਜਾਂ ਫਿਰ ਦਿਲ ਦੀ ਕੋਈ ਸਮੱਸਿਆ ਹੈ, ਉਹਨਾਂ ਬੱਚਿਆਂ ਤੇ ਵੱਡਿਆਂ ਨੂੰ ਖਿਆਲ ਰੱਖਣ ਵਾਸਤੇ ਕਿਹਾ ਗਿਆ ਤੇ ਨਾਲ ਹੀ ਸਲਾਹ ਦਿੱਤੀ ਗਈ ਹੈ ਕਿ ਉਹ ਘਰ ਤੋਂ ਬਾਹਰ ਨਿਕਲਣ ਲਈ ਪਰਹੇਜ਼ ਕਰਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ।
ਕਿ ਕੈਨੇਡਾ ਵਿੱਚ ਉਡਾਨਾਂ ਹੋਈਆਂ ਬੰਦ, ਪਾਇਲਟਾਂ ਨੇ ਦਿੱਤਾ ਹੜਤਾਲ ਦਾ ਨੋਟਿਸ। ਨਸ਼ੇ ਦੇ ਮਾਮਲੇ ਵਿੱਚ ਪੰਜਾਬੀ ਕਾਬੂ, ਪੁਲਿਸ ਨੇ ਕੀਤੀ ਕਾਰਵਾਈ। ਕੈਲਗਰੀ ਦੀ ਹਵਾ ਹੋਈ ਦੂਸ਼ਿਤ, ਲੋਕਾਂ ਨੂੰ ਜਾਰੀ ਹੋਈ ਸਲਾਹ। ਬ੍ਰਿਟਿਸ਼ ਕੋਲੰਬੀਆ ਵਿੱਚ 20,000 ਲੋਕਾਂ ਨੂੰ ਛੱਡਣਾ ਪੈ ਸਕਦਾ ਹੈ ਘਰ, ਸੂਬੇ ਤੋਂ ਜੰਗਲ ਦੀ ਅੱਗ ਬਾਰੇ ਆਈ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮਨਿੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।